ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਕੀ ਵਾਰ ਭਾਗ 22ਵਾਂ ਮੱਲਾ ਪਹਿਲਾ। ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪਰਵਾਨ, ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬੇਬਾਨ, ਲੱਖ ਸੂਰਤਨ ਸੰਗਰਾਮ ਰਣ ਮੈਂ ਛੁੱਟੇ ਪੁਰਾਣ, ਲੱਖ ਸੁਰਤੀ ਲੱਖ ਗਿਆਨ ਧਿਆਨ ਪੜ੍ਹੀਏ ਪਾਠ ਪੁਰਾਣ, ਜਿਨ ਕਰਤੇ ਕਰਣਾ ਕੀਆ ਲਿਖਿਆ ਆਵਣ ਜਾਣ, ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ। ਸਤਿਗੁਰਾਂ ਨੇ ਪਿਛਲੇ ਸ਼ਲੋਕ ਮਹੱਲੇ 'ਚ ਆਪਾਂ ਨੂੰ ਸਮਝਾਇਆ, ਪੁਰਖਾਂ ਵਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ, ਤੱਟਾਂ 'ਤੇ ਤੀਰਥਾਂ 'ਤੇ ਧਰਮ ਆਪਦੀ ਮਤ ਅਨੁਸਾਰ ਜੋ ਧਰਮ ਚੱਲ ਰਹੇ ਨੇ ਸੰਸਾਰ ਦੇ ਵਿੱਚ, ਅਸੀਂ ਕਰਦੇ ਆਏ ਹਾਂ ਪਿੱਛੇ ਤੋਂ ਔਰ ਕਰਦਾ ਹੀ ਰਹੂ ਸੰਸਾਰ ਜਦ ਤੱਕ ਗੁਰ ਕੀ ਮਤ ਨਹੀਂ ਲੈਂਦਾ, ਜਦ ਤੱਕ ਇਹਦਾ ਖਹਿੜਾ ਨਹੀਂ ਛੁੱਟਣਾ ਹੈਗਾ। ਉਹ ਜਿਹੜੇ ਮੇਘੇ ਗਿਆਨਵਾਨ ਆਪਦੇ ਆਪ ਨੂੰ ਮਨਮੱਤਾਂ ਕਹਾਉਣ ਵਾਲੇ, ਇਹਨੂੰ ਪਿੱਛੇ ਆਪਾਂ 2 ਸ਼ਲੋਕ ਵਿਚਾਰੇ ਸੀ। ਹਉ ਵਿੱਚ ਆਇਆ ਹਉ ਵਿੱਚ ਗਿਆ, ਹਉਮੈ ਖਤਮ ਕਰਨ ਆਇਆ ਸੀ, ਹਉਮੈ 'ਚ ਹੀ ਮੁੜ ਗਿਆ। ਦੂਏ ਸ਼ਲੋਕ ਫਿਰ ਆਪਾਂ ਨੂੰ ਸਮਝਾਇਆ ਸਤਿਗੁਰਾਂ ਨੇ, ਹਉਮੈ ਇਹਾ ਜਾਤ ਹੈ। ਉਹ ਹਉਮੈ ਕਰਕੇ ਦੇ ਗਲ 'ਚ ਕੀ ਪੈ ਗਿਆ? ਜਾਤ ਸਰੀਰ ਆਤਮਾ ਦੇ ਗਲ 'ਚ ਪੈ ਗਈ ਹੈ। ਇਹ ਗੋਪੀ ਦੇ ਗਲ ਕਰਨਾ ਪੈ ਗਿਆ। ਹੁਣ ਇਹ ਗੋਪੀ ਛੱਡਦੀ ਨਹੀਂ ਇਹਨੂੰ। ਕਿਵੇਂ ਜਾਊ ਆਪਦੇ ਘਰੇ ਹੁਣ ਗੋਪੀ? ਇਹ ਸਾਰਾ ਸਤਿਗੁਰਾਂ ਨੇ ਆਪਾਂ ਨੂੰ ਨਕਸ਼ਾ ਦਿਖਾਇਆ ਪਿੱਛੇ ਵੀ, ਫਿਰ ਆਪਾਂ ਨੂੰ ਸਮਝਾ ਰਹੇ ਨੇ, ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ। ਕਿੰਨਾ ਵੀ ਆਪਦੇ ਆਪ ਸੰਸਾਰ ਦੇ ਵਿੱਚ ਅਸੀਂ ਚੰਗਾ ਬਣ ਜਾਈਏ, ਉਹ ਚੰਗਾ ਸਾਡੀ ਮੱਤ ਨਾਲ ਬਣੇ ਹੋਏ ਹਾਂ ਅਸੀਂ ਭਾਈ। ਜੋ ਵੀ ਅਸੀਂ ਧਰਮ ਕਰਮ ਕਰਦੇ ਹਾਂ ਉਹ 'ਚੋਂ ਕੀ ਹੰਕਾਰ ਹੀ ਪੈਦਾ ਹੁੰਦਾ, ਹਉਮੈ ਪੈਦਾ ਹੁੰਦੀ ਹੈ। ਤੀਰਥਾਂ 'ਤੇ ਜਾ ਕੇ ਧਾਰਮਿਕ ਸਮਾਗਮਾਂ 'ਤੇ ਜਾ ਕੇ ਸੁਣਨਾ ਤਾਂ ਗੁਰੂ ਨਹੀਂ ਸੀ, ਗੁਰੂ ਨੂੰ ਸੁਣਨਾ ਸੀ, ਗੁਰੂ ਨੂੰ ਉਪਦੇਸ਼ ਕਰਨ ਲੱਗ ਗਏ, ਤਾਂ ਉਹ 'ਚੋਂ ਕੀ ਪੈਦਾ ਹੋਣਾ ਸੀ? ਹਉਮੈ ਪੈਦਾ ਹੋਣੀ ਸੀ। ਹਉਮੈ ਦੀਰਘ ਰੋਗ ਹੈ, ਫਿਰ ਵੱਡਾ ਰੋਗ ਹੈ, ਜਾਂਦਾ ਨਹੀਂ ਹੈ। ਇਹ ਕਿਰਪਾ ਲੈਣੀ ਸੀ, ਕਿਰਪਾ ਕਰੇ ਤਾਂ ਆਪਣੀ, ਤਾਂ ਗੁਰ ਕਾ ਸ਼ਬਦ ਕਮਾਏ। ਇੱਛਾ ਦਾ ਤਿਆਗ ਕਰਨਾ ਸੀ, ਇਹ ਭਗਤੀ ਕਰਨੀ ਸੀ, ਆਸ ਰੱਖਣੀ ਸੀ ਆਪਦੇ ਮੂਲ ਦੀ। ਏਕ ਆਸ ਹਰ ਮਨ ਰਾਖੋ ਨਾਨਕ ਦੁੱਖ ਭਰਮ ਪਉ ਜਾਏ। ਫਿਰ ਦੁੱਖ ਜਾਣੇ ਸੀਗੇ, ਆਸ ਰੱਖ ਲਈ ਮਾਇਆ ਦੀ, ਵੱਡਾ ਬਣਨ ਦੀ, ਸਾਰਿਆਂ ਦੀ ਵੱਡਾ ਬਣਨ ਦੀ ਲੱਗੀ ਹੋਈ ਹੈ। ਸਾਰਿਆਂ ਦੀ ਵੱਡਾ ਬਣਨ ਦੀ ਰੇਸ ਲੱਗੀ ਹੈ। ਇੱਥੇ ਤਾਂ ਆਪਾਂ ਨੀਵੇਂ ਹੋਣਾ ਭਾਈ, ਛੋਟੇ ਬਣਨਾ। ਹੋਏ ਨਿਮਾਣਾ ਜਗ ਰਹੇ ਦਰਗੇ ਮਾਣ ਨਿਮਾਣਾ ਪਾਵੇ, ਜੋ ਜਾਣੇ ਸਭ ਸੇ ਨੀਚਾ ਸੋਈ ਗਣੀਏ ਸਭ ਤੇ ਉੱਚਾ। ਨੀਵਾਂ ਹੁਣ ਤਾਂ ਕੋਈ ਲੜਾਈ ਨਹੀਂ ਭਾਈ। ਆਪਾਂ ਕਿਤੇ ਸੰਸਾਰੀ ਭਾਵ ਲੈਂਦੇ, ਆਪਾਂ ਕਿਤੇ ਜਾਂਦੇ ਹਾਂ, ਜੇ ਕੋਈ ਸੀਟ ਪਿੱਛੇ ਖੰਡ ਬੈਠਣ ਪਿੱਛੇ ਰੌਲਾ ਪੈਂਦਾ, ਆਪਾਂ ਥੱਲੇ ਬਹਿ ਜਾਂਦੇ, ਰੌਲਾ ਖਤਮ ਹੋ ਜਾਂਦਾ ਵਾ। ਰੌਲਾ ਤਾਂ ਬਰਾਬਰੀ ਦਾ ਨਾ, ਪਰ ਗੁਰਮਤਿ 'ਚ ਵੀ ਆ ਕੇ ਅਸੀਂ ਗੁਰੂ ਸਾਹਿਬਾਨਾਂ ਦੇ ਮਾਰਗ 'ਤੇ ਚੱਲ ਕੇ ਵੀ ਇਹਨੂੰ ਸਮਝਿਆ ਨਹੀਂ ਹੈਗਾ, ਵਿਚਾਰਿਆ ਹੀ ਨਹੀਂ ਹੈਗਾ। ਅਣਦੇਖੀ ਕਰੀ ਜਾਂਦੇ ਹਾਂ ਅਸੀਂ। ਰੋਜ਼ ਬਾਣੀ ਪੜ੍ਹਦੇ ਹਾਂ, ਸੇਵਾ ਕਰਦੇ ਹਾਂ, ਗੁਰੂ ਘਰ ਜਾਂਦੇ ਹਾਂ, ਪਰ ਬਾਣੀ ਸੁਣ ਕੇ ਰਾਜੀ ਨਹੀਂ ਹੈਗੇ। ਸੱਚ ਸੁਣਾਂਗੇ ਭਾਈ, ਫਿਰ ਹੀ ਸੱਚ ਦੀ ਪ੍ਰਾਪਤੀ ਹੋਊ। ਬਾਣੀ ਤਾਂ ਸੱਚ ਹੈ, ਜੋ ਅਸੀਂ ਦੇਖ ਰਹੇ ਹਾਂ ਇਹ ਕੀ ਹੈ? ਇਹ ਝੂਠ ਹੈ। ਕੂੜ ਰਾਜਾ ਕੂੜ ਪਰਜਾ, ਜਿੱਥੇ ਆਪਾਂ ਪਹੁੰਚਣਾ ਵਾ ਉਹ ਸੱਚ ਹੈ। ਸੱਚਖੰਡ ਵਸੈ ਨਿਰੰਕਾਰ, ਨਿਰੰਕਾਰ ਕੇ ਦੇਸ ਜਾਏ ਤਾਂ ਸੁਖ ਲਹੇ ਮਲ। ਜੇ ਅਸੀਂ ਤੀਰਥਾਂ 'ਤੇ ਆਹੀ ਕੁਛ ਕਰਦੇ ਰਹੇ, ਫਿਰ ਜੰਮਣ ਮਰਨ ਨੂੰ ਚਲੇ ਜਾਵਾਂਗੇ। ਪਿੱਛੇ ਵੀ ਸਮਝਾਇਆ ਸਤਿਗੁਰਾਂ ਨੇ, ਤੀਰਥਾਂ 'ਤੇ
ਜੋ ਵੀ ਪ੍ਰਚਾਰ ਕਰਦੇ ਨੇ, ਆਪਣੇ ਵੀ ਲੱਗੇ ਹੋਏ ਨੇ, ਸਾਰੇ ਧਰਮ ਕਰਦੇ ਨੇ, ਪਰ ਗੁਰ ਕੀ ਮੱਤ ਨਹੀਂ ਲੈਣਾ ਕੋਈ ਚਾਹੁੰਦਾ। ਆਪਦੀ ਮੱਤ ਨੂੰ ਵੱਡੀ ਮੰਨਦੇ ਆ ਸਾਰੇ, ਇੱਕ ਦੂਏ ਦੇ ਉੱਪਰ ਦੀ। ਜੋ ਜੋ ਜਗਤ ਮੈਂ ਪਿਆ ਸਿਆਣਾ, ਤਿੰਨ ਤਿੰਨ ਆਪਣਾ ਰਾਹੋ ਚਲਾਣਾ। ਨਹੀਂ ਭਾਈ, ਇਹ ਗਲਤੀ ਨਹੀਂ ਕਰਨੀ। ਅਸੀਂ ਗੁਰ ਕੀ ਮੱਤ ਲੈਣੀ ਹੈ, ਗੁਰ ਕੇ ਚਰਨ ਬਾਣੀ ਨੂੰ ਸਮਝਣਾ ਵਾ। ਸਮਝ 'ਚੋਂ ਜਿਹੜਾ ਗਿਆਨ ਪੈਦਾ ਹੋਣਾ, ਉਹ ਸਾਡਾ ਪਹਿਲਾ ਪਦਾਰਥ ਹੈ, ਉਹ ਫਲ ਵਾ ਹੈ। ਜਿੰਨੇ ਧਰਮ ਕਰਨੇ ਸਭ ਫੋਕਟ ਨੇ, ਫਲ ਕਿਛ ਨਾ ਹੈ, ਕਿਸੇ ਨੂੰ ਫਲ ਨਹੀਂ ਲੱਗਦਾ ਉਹਨਾਂ ਨੂੰ। ਉਹਨਾਂ ਨੂੰ ਕੀ ਲੱਗਦਾ? ਜੰਮਣ ਮਾਰਨ ਨੂੰ ਚਲੇ ਜਾਂਦੇ ਹਾਂ, ਅਸੀਂ ਨਰਕਾਂ ਨੂੰ ਚਲੇ ਜਾਂਦੇ ਹਾਂ। ਇਹਨੂੰ ਫਲ ਲੱਗਦਾ ਗਿਆਨ। ਧਰਮ ਫੁੱਲ, ਫਲ ਗਿਆਨ। ਗਿਆਨ ਦੀ ਪ੍ਰਾਪਤੀ ਕਰਨੀ ਆਪਾਂ। ਗਿਆਨ ਤੋਂ ਬਿਨਾਂ ਨਹੀਂ ਇਹ ਖੇਲ ਸਮਝ ਆਉਣੀ ਹੈਗੀ। ਗਿਆਨ ਤੋਂ ਬਾਅਦ ਫਿਰ ਮੁਕਤੀ ਹੈ, ਸੰਤੋਖ। ਦੋ ਪਦਾਰਥ ਸਾਨੂੰ ਮਿਲ ਜਾਂਦੇ ਆ। ਫਿਰ ਇਹ ਸਾਨੂੰ ਸਮਝ ਆਉਂਦੀ ਹੈ, ਜਿਹੜਾ ਤੀਰਥਾਂ 'ਤੇ ਜਾਂ ਧਾਰਮਿਕ ਸਮਾਗਮਾਂ 'ਤੇ ਜਾਂ ਜਗ੍ਹਾ ਜਗ੍ਹਾ ਅਸੀਂ ਜਾਂਦੇ ਹਾਂ, ਭਟਕਦੇ ਹਾਂ, ਫਿਰ ਮਨ ਬੁੱਧੀ ਰਸਤਾ ਬਦਲ ਜਾਂਦੇ। ਮੰਨੇ ਸੁਰਤ ਹੋਵੇ ਮਨ ਬੁੱਧ, ਮੰਨੇ ਸਗਲ ਭਵਨ ਕੀ ਸੁਧ ਸੋਝੀ ਹੋ ਜਾਂਦੀ ਹੈ। ਗੁਰੂ ਦੀ ਕਿਰਪਾ ਰਹਿਮਤ ਹੋ ਜਾਂਦੀ ਹੈ। ਰਹਿਮਤ ਲੈਣੀ ਆ ਭਾਈ ਗੁਰੂ ਭਗਤ ਸਾਹਿਬਾਨਾਂ ਦੇ ਮਾਰਗ 'ਤੇ ਚੱਲ ਕੇ ਆਪਾਂ ਹੁਕਮ ਦਾ ਦਰਸ਼ਨ ਕਰਨਾ ਵਾ। ਆਇਆ ਦੂਰੋਂ ਚੱਲ ਕੇ ਤੱਕੀ ਤੋਂ ਸਰਣ ਆਏ ਜੀਓ, ਮੈਂ ਆਸਾ ਰੱਖੀ ਚਿੱਤ ਮੇ ਮੇਰਾ ਸਭੋ ਦੁੱਖ ਗਵਾਏ ਜੀਓ। ਆਪਦੀ ਮੱਤ ਨਾਲ ਤਾਂ ਸਾਡੇ ਦੁੱਖ ਵੱਧਦੇ ਨੇ, ਘਟਦੇ ਤਾਂ ਹੈ ਨਹੀਂ। ਦੁੱਖਾਂ ਦਾ ਯਤਨ ਤਾਂ ਕੋਈ ਵੀ ਨਹੀਂ ਕਰਦਾ, ਦੁੱਖ ਫੇਰ ਆ ਜਾਂਦੇ ਨੇ। ਯਤਨ ਬਹੁਤ ਸੋਕੇ ਕੀਓ, ਦੁੱਖੋ ਕੀਓ ਨਾ ਕੋਈ, ਨਵੇਂ ਪਾਤਸ਼ਾਹ ਸਮਝਾਉਂਦੇ ਨੇ। ਉਹ ਭਾਈ ਫਿਰ ਦੁੱਖ ਕਿਵੇਂ ਆ ਜਾਂਦੇ ਨੇ? ਹੁਕਮ ਹੈ ਉਹਦਾ। ਦੁਖ ਸੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤਿਸੇ ਚਿਤਾਰ। ਸਮਝ ਇਹਨੂੰ ਕਿਉਂ ਤੈਨੂੰ ਦੁੱਖ ਆ ਰਹੇ ਨੇ। ਤੇਰੀ ਮੱਤ ਜਿਹੜੀ ਹੈਗੀ ਇਹ 'ਚ ਦੁੱਖ ਹੀ ਪੈਦਾ ਹੁੰਦੇ ਨੇ। ਇਹ ਮੱਤ ਦਾ ਆਪਾਂ ਤਿਆਗ ਕਰਨਾ ਭਾਈ। ਇਹ ਭਗਤੀ ਹੈ। ਭਗਤਾਂ ਤੈਂ ਸੰਸਾਰੀਆਂ ਜੋੜ ਕਦੇ ਨਾ ਆਈਆਂ। ਜਿਹੜੇ ਸੰਸਾਰੀ ਧਰਮ ਕਰਮ ਅਸੀਂ ਕਰਦੇ ਨੇ, ਪਖੰਡ ਜੰਮ ਜਗਾਤੀ ਲੁੱਟੇ ਇੱਥੇ ਹੀ ਰਖਾ ਲੈਂਦਾ। ਦੇਖਦੇ ਹੀ ਇੰਨਾ ਕੁ ਤਾਂ ਆਪਾਂ ਨੂੰ ਗਿਆਨ ਹੁੰਦਾ, ਪਰ ਜੇ ਬਚਣਾ ਮਤ ਤਾਂ ਫਿਰ ਆਪਾਂ ਗੁਰ ਦੀ ਸ਼ਰਨ ਆਈਏ। ਸ਼ਰਨ ਜਾਣਾ ਤਾਂ ਫਿਰ ਭਾਈ ਨੀਵਾਂ ਹੋਣਾ ਪਊਗਾ। ਪਹਿਲੇ ਪਕਸ਼ ਆਪਾਂ ਨੂੰ ਸਤਿਗੁਰਾਂ ਨੇ ਸਮਝਾਇਆ, ਪੁਰਖਾਂ ਬਿਰਖਾਂ ਤੀਰਥਾਂ ਤੱਠਾਂ ਮੇਘਾਂ ਖੇਤਾਂ ਦੀਪਾਂ ਲੋਆਂ ਮੰਡਲਾਂ ਖੰਡਾਂ ਪਰਵਾਰਾਂ ਅੰਡੇ ਜੇਰਸ ਉਤਪਜ ਖਾਣੀ ਸੇਤ ਜਾ ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ। ਸਾਰਾ ਹੀ ਉਹਦੇ ਜੰਤ ਨੇ ਭਾਈ। ਸੰਸਾਰ ਸਮੁੰਦਰ ਉਹਨੇ ਬਣਾਇਆ। ਇਹ ਦੁੱਖ ਸਾਗਰ ਹੈ। ਆਪਾਂ ਸੁੱਖ ਸਾਗਰ ਉਹਦੇ ਚਰਨਾਂ 'ਚ ਪਹੁੰਚਣਾ, ਉਹਦੇ ਨਿਵਾਸ ਕਰਨਾ ਚਰਨਾਂ ਦੇ ਵਿੱਚ ਸੁੱਖ ਸਾਗਰ 'ਚ। ਪਰ ਆਪਾਂ ਦੁੱਖ ਸਾਗਰ ਸਭ ਪਾਲੀ ਜਾਂਦੇ ਹਾਂ ਇੱਥੇ। ਇਹ ਤਾਂ ਬਾਣੀ ਆਪਾਂ ਨੂੰ ਸਮਝਾ ਕੇ ਇੱਥੋਂ ਕੱਢਦੀ ਹੈ। ਦੁੱਖ ਪਰ ਹਰ ਸੁੱਖ ਕਰ ਲਿਆ ਜਾਏ। ਜਪਜੀ ਸਾਹਿਬ ਰੋਜ਼ ਪੜ੍ਹਦੇ ਹਾਂ, ਦੁੱਖ ਸਾਗਰ 'ਚੋਂ ਕੱਢ ਕੇ ਆਪਾਂ ਨੂੰ ਸੁੱਖ ਸਾਗਰ ਲਿਜਾਂਦੀ ਹੈ। ਮਾਇਆ ਦਾ ਤਿਆਗ ਕਰਨਾ ਹੈ, ਸੱਚ ਨਾਲ ਜੁੜਨਾ ਹੈ। ਇੱਥੇ ਕੀ ਹੈ? ਝੂਠ ਹੈ, ਉੱਥੇ ਸੱਚ ਹੈ। ਇਹ ਤਾਂ ਸਤਿਗੁਰੂ ਆਪਾਂ ਨੂੰ ਕੀ ਸਮਝਾਉਣਾ ਚਾਹੁੰਦੇ ਆ? ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ। ਇਹ ਜਿਹੜੇ ਚੰਗਿਆਈਆਂ ਨੇ, ਨੇਕੀਆਂ ਨੇ, ਪੁੰਨ ਕਰਨਾ, ਆਪਦੀ ਮੱਤਾਂ ਨਾਲ ਅਸੀਂ ਪ੍ਰਵਾਨ ਕਰੀ ਫਿਰਦੇ ਹਾਂ। ਪਰ ਕਦੇ ਸਤਿਗੁਰਾਂ ਦੇ ਬਚਨ ਨੂੰ ਵਿਚਾਰਿਆ ਅਸੀਂ ਵੀ ਗੁਰਮਤਿ ਤਾਂ ਇਹਦੀ ਅੱਜ ਤੇ ਹੀ ਨਹੀਂ ਹੈਗੀ। ਬਾਣੀ ਤਾਂ ਐਂ ਸਮਝਾਉਂਦੀ ਹੈ ਪੰਚਮ ਪਾਤਸ਼ਾਹ, ਪੁੰਨ ਦਾਨ ਜੋ ਬੀਜ ਦੇ ਸਭ ਧਰਮ ਰਾਏ ਕੇ ਜਾਏ। ਕਿਉਂ ਕਿਹਾ ਸਤਿਗੁਰਾਂ ਨੇ ਆਪਾਂ ਨੂੰ? ਇੰਨਾ ਪਤਾ ਨਹੀਂ ਲੱਗਿਆ ਆਪਾਂ ਨੂੰ ਵੀ ਸਾਰਾ ਕੁਛ ਤਾਂ ਕੁਦਰਤ ਨੇ ਬਣਾਇਆ ਭਾਈ। ਸਾਚੇ ਤੇ ਪਵਨਾ ਪਿਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰੈ ਭਵਨ ਸਾਜਿਆ ਘਟ ਘਟ। ਜੋ ਸਮਾਏ ਪਿਛਲੇ ਸਲੋਕ 'ਚ ਵੀ ਆਪਾਂ ਨੂੰ ਸਤਿਗੁਰਾਂ ਨੇ ਸਮਝਾਇਆ। ਸਾਰਾ ਕੁਛ ਤਾਂ ਉਹ ਸੰਭਾਲ ਰਿਹਾ ਭਾਈ, ਸਾਰਾ ਕੁਛ ਉਹਨੇ ਬਣਾਇਆ ਵਾ। ਅਸੀਂ ਨਿਗਾਹ ਮਾਰ ਕੇ ਦੇਖੀ ਵੀ ਜਦੋਂ ਜਨਮ ਲੈਂਦੇ ਸਾਡੇ ਕੋਲ ਕੀ ਹੁੰਦਾ। ਬੱਚਾ ਕਿਉਂ ਰੋਂਦਾ ਹੈ, ਹੁਣ ਕਾਹਤੇ ਰੋਂਦੇ ਆ? ਉਹੀ ਤਾਂ ਬਾਣੀ ਆਪਾਂ ਨੂੰ ਸਮਝਾ ਰਹੀ ਹੈ ਭਾਈ। ਆਪਦੀ ਮੱਤ ਨੇ ਸਾਰੇ ਅਸੀਂ ਪ੍ਰਵਾਨ ਕਰੀ ਬੈਠੇ ਹਾਂ। ਉਹ ਕੀ ਹੈ ਫਿਰ? ਉਹ ਤਾਂ ਹਉਮੈ ਇਹ ਜਾਤ ਹੈ। ਫਿਰ ਸਰੀਰ ਮਿਲਣਗੇ, ਕਰਮੀ ਆਵੇ ਕੱਪੜਾ। ਜੇ ਕਰਮ ਕਾਂਡ 'ਚ ਲੱਗੇ ਰਹਾਂਗੇ ਫਿਰ ਕੱਪੜਾ ਸਰੀਰ ਰੂਪੀ ਮਿਲੂਗਾ ਭਾਈ। ਫਿਰ ਇਹਨੂੰ ਨਹੀਂ ਕੋਈ ਰੋਕ ਸਕਦਾ ਹੈਗਾ। ਜੇ ਨਜ਼ਰ ਲੈਣੀ ਹੈ, ਉਹਦੀ ਕਿਰਪਾ ਰਹਿਮਤ ਲੈਣੀ ਹੈ, ਫਿਰ ਮੁਖ ਦਵਾਰ, ਫਿਰ ਅੰਦਰ ਹੀ ਮੁਕਤੀ ਹੈ। ਆਤਮਾ ਪ੍ਰਾਤਮਾ ਆਪਦੇ ਮੂਲ 'ਚ ਲੈ ਹੋ ਜਾਂਦੇ ਆ। ਅੰਤਰਮੁਖੀ ਦੁਨੀਆ ਨੂੰ ਆਪਾਂ ਜਾਣਾ, ਅਤਰੀਬ ਦੁਨੀਆ ਨੂੰ। ਜੇ ਬਾਹਰ ਜਾਂਦੇ ਹਾਂ, ਬਾਹਰ ਤਾਂ ਫਿਰ ਨਰਕ ਹੈ ਭਾਈ। ਫਿਰ ਜੰਮਣ ਮਰਨ ਨੂੰ ਚਲੇ ਜਾਵਾਂਗੇ। ਜੰਮਣਾ ਮਰਨਾ ਨਰਕ ਹੈ, ਹੋਰ ਕੀ ਹੈ? ਫਿਰ ਆਪਦੀ ਮੱਤਾਂ ਨਾਲ ਅਸੀਂ ਸਵਰਗ ਨਰਕ ਬਣਾ ਲਏ। ਉਹ ਸਾਡੀ ਮਾਨਵ ਸੋਚ ਹੈ ਭਾਈ। ਸਾਰਿਆਂ ਦੀ ਅਲੱਗ ਅਲੱਗ ਹੁੰਦੀ। ਜਿੱਥੇ ਮਾਨਵ ਸੋਚ ਹੁੰਦੀ ਹੈ ਉੱਥੇ ਟਕਰਾਅ ਹੁੰਦਾ ਵਾ ਇੱਕ ਦੂਏ ਦੇ ਉੱਪਰ ਦੀ। ਭਗਤਾਂ ਦੀ ਕੀ ਹੈ? ਇੱਕ ਮੱਤ ਹੈ। ਇਹ ਗੁਰਮੱਤ ਹੈ, ਸਾਰਿਆਂ ਦੀ ਇੱਕ ਮੱਤ ਹੈ। ਜਿਹੜਾ ਇੱਕ ਹੋ ਜੂ ਆਪਦੇ ਘਰ ਚਲੇ ਜਾਊਗਾ। ਜਦ ਤੱਕ ਅਸੀਂ ਇੱਕ ਨਹੀਂ ਹੁੰਦੇ ਘਰ ਨਹੀਂ ਜਾ ਸਕਦੇ। ਸਾਨੂੰ ਐਂਟਰੀ ਹੀ ਨਹੀਂ ਉੱਥੇ ਹੈਗੀ। ਇੱਕ ਹੋਏ ਤਾਂ ਉਗਵੇ। ਇਹ ਯੁਗ ਮੇ ਏਕੇ ਕੋ ਆਇਆ ਜਨਮਤ ਮੋਇਆ ਮੋਹਣੀ ਮਾਇਆ। ਜੇ ਮਾਇਆ ਨੇ ਮੋਹ ਲਿਆ, ਉਹਨੇ ਬਾਣੀ ਭੇਜੀ ਹੈ ਭਾਈ। ਸਤਿਗੁਰ ਦੀ ਬਾਣੀ, ਸਤਿਗੁਰ ਜਾਣੋ, ਸਤਿਗੁਰ ਨੂੰ ਜਾਣੋ। ਫਿਰ
ਕਿਵੇਂ ਇੱਕ ਹੋਵਾਂਗੇ? ਸਤਿਗੁਰੂ ਦੀ ਬਾਣੀ ਹੈ ਭਾਈ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਕਰਤਾ ਮੁਖੋਂ ਆਪ ਖੜਾਵੇ, ਕਰਤੇ ਪੁਰਖ ਦੀ ਬਾਣੀ ਹੈ। ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ। ਫਿਰ ਉਹਦਾ ਕਿਵੇਂ ਦਰਸ਼ਨ ਹੋਊਗਾ? ਅਸੀਂ ਤਾਂ ਆਪ ਹੀ ਸਾਰਾ ਕੁਝ ਪ੍ਰਵਾਨ ਕਰੀ ਬੈਠੇ ਹਾਂ। ਬਾਣੀ ਕਹਿੰਦੀ ਪਾਪ ਪੁੰਨ ਹਮਰੇ ਵਸ ਨਹੀਂ, ਪਾਪ ਪੁੰਨ ਤਾਂ ਪਈ ਕਹਾਵਤ। ਸੁਖਣੀ ਸਾਹਿਬ ਸਤਿਗੁਰਾਂ ਦੇ ਵਚਨ ਨੇ, ਕੌਣ ਵਸਤਾਈ ਤੇਰੇ ਸੰਗ। ਦੇਖੋ ਤਾਂ ਸਹੀ ਆਪਣਾ ਨਾਲ ਕੀ ਲੈ ਕੇ ਆਏ ਆ। ਸਾਨੂੰ ਤਾਂ ਸਾਰਾ ਕੁਝ ਤਿਆਰ ਦਿੱਤਾ ਉਹਨੇ। ਜੇ ਰਾਜੇ ਦੇ ਬੱਚੇ ਨੂੰ ਭਿਖਾਰੀ ਦੇ ਘਰੇ ਜਨਮ ਦੇ ਦੂ, ਉਹਨੂੰ ਕੀ ਪਤਾ ਜੇ ਭਿਖਾਰੀ ਨੂੰ ਰਾਜਾ ਬਣਾ ਦੂ? ਇਹ ਤਾਂ ਖੇਲ ਹੈ ਭਾਈ। ਇਹ ਤਾਂ ਸਮਝਣਾ ਸੀ, ਇਹੀ ਤਾਂ ਭਗਤੀ ਹੈ। ਅਸੀਂ ਆਪ ਹੀ ਸਾਰਾ ਕੁਝ ਪ੍ਰਵਾਨ ਕਰੀ ਬੈਠੇ, ਆਪ ਹੀ ਚੰਗੇ ਬਣੇ ਬੈਠੇ। ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾ ਪ੍ਰਵਾਨ, ਲੱਖ ਤਪ ਪ੍ਰਤੀਰਥਾਂ ਸਹਿ ਜੋਗ ਬੈਵਾਨ। ਜੋਗੀ ਸਮਾਧੀ ਲਾਉਂਦੇ ਸੀ, ਮੋਨੀ ਲਾਉਂਦੇ ਸੀ, ਬੋਲਦੇ ਹੀ ਨਹੀਂ। ਬੇਵਾਨ ਬੋਲਣਾ ਨਹੀਂ, ਮੌਨ ਧਾਰ ਲੈਣੀ, ਸਰੀਰ ਨੂੰ ਸਹਿਜ 'ਚ ਲਿਆਉਣਾ। ਉਹ ਮਨ ਨੂੰ ਲਿਆਉਣਾ ਭਾਈ। ਸਰੀਰ ਕਿਵੇਂ ਸਹਿਜ 'ਚ ਆ ਜਾਊ? ਇਹਦੇ ਵਿੱਚ ਇੰਨਾ ਕੁਛ ਹੈ। ਕਿੰਨੀਆਂ ਆਵਾਜ਼ਾਂ ਨੇ ਸਰੀਰ ਦੇ ਵਿੱਚ। ਇਹ ਕਿਵੇਂ ਹੋ ਜੂ ਥਿਰ? ਥਿਰ ਤਾਂ ਮਨ ਨੂੰ ਕਰਨਾ ਸੀਗਾ। ਪਰ ਮਨ ਨੂੰ ਥਿਰ ਤਾਂ ਕਰਾਂਗੇ ਜੇ ਗਿਆਨ ਹੋਊਗਾ। ਗਿਆਨ ਕਾ ਵੱਧਾ ਮਨ ਰਹੇ, ਗੁਰੂ ਬਿਨ ਗਿਆਨ ਨਾ ਹੋਵੇ। ਤਾਂ ਸਤਿਗੁਰਾਂ ਨੇ ਸਮਝਾਇਆ, ਪ੍ਰਚਲਿਤ ਜੋ ਧਰਮ ਸੀ ਸਾਰੇ ਉਹਨਾਂ ਨੂੰ ਸਮਝਾਇਆ ਵੀ ਅੱਗੇ ਚੱਲੋ ਭਾਈ। ਅਤੇ ਆਪਾਂ ਉਹ ਸਤਿਗੁਰਾਂ ਨੂੰ ਉਪਦੇਸ਼ ਕਰ ਦਿੰਦੇ ਹਾਂ। ਗੁਰੂ ਘਰਾਂ ਜਾ ਕੇ ਸੁਣਨਾ ਹੈ। ਜਿੱਥੇ ਗੁਰੂ ਕੇ ਪਿਆਰੇ ਗੁਰੂ ਦੀ ਬਾਣੀ ਦਾ ਪ੍ਰਚਾਰ ਕਰਦੇ ਆ, ਉਹਨੂੰ ਨੀਵਾਂ ਹੋ ਕੇ ਸੁਣਨਾ, ਸਮਝਣਾ ਵਾ। ਫਿਰ ਆਪਾਂ ਉਹ ਬਾਣੀ ਦੇ ਗਿਆਨ ਆਪਦੇ ਆਪ ਨੂੰ ਢਾਲਣਾ, ਫਿਰ ਉਹ ਆਪਣੇ ਅੱਗੇ ਕੰਮ ਆਉਣੀ ਆ। ਉਹੀ ਆਪਣੇ ਨਾਲ ਜਾਣਾ। ਜੋ ਵੀ ਬੁੱਧੀ ਦੇ ਵਿੱਚ ਆਪਾਂ ਗਿਆਨ ਲੈ ਲਾਂਗੇ, ਹਰ ਕਥਾ ਦੇ ਨਾਲ ਮਿਲ ਕੇ ਹਰ ਦਾ ਗਿਆਨ ਲੈ ਲਾਂਗੇ, ਉਹ ਆਪਣੇ ਨਾਲ ਜਾਣਾ ਵਾ। ਜਿਹੜਾ ਸਰੀਰ ਕਰਕੇ ਸਾਰਾ ਇੱਥੇ ਸਮਾਪਤ ਹੋ ਜਾਣਾ, ਚਾਹੇ ਆਪਾਂ ਭਿਖਾਰੀ ਹਾਂ ਚਾਹੇ ਰਾਜੇ ਹਾਂ। ਜਦੋਂ ਕਾਲ ਨੇ ਆਉਣਾ, ਉਹਨੇ ਚਪੇੜ ਬਰਾਬਰੀ ਮਾਰਨੀ ਆ। ਰਾਜਾ ਪਰਜਾ ਸਮਕਰ ਮਾਰੇ, ਐਸੋ ਕਾਲ ਵਡਾਨੀ ਰਹੇ। ਸਤਿਗੁਰ ਸਮਝਾਉਂਦੇ ਆ, ਲੱਖ ਤਪ ਉੱਪਰ ਤੀਰਥਾਂ ਸਹਿ ਜੋਗ ਵੇਗਣ। ਕਿਸੇ ਕੰਮ ਨਹੀਂ ਆਉਂਦੇ ਭਾਈ। ਉਹ 'ਚੋਂ ਕੀ ਹੁੰਦਾ? ਅਨਕ ਤਪੱਸਿਆ ਕਰੇ ਹੰਕਾਰ। ਗਿਆਨ ਤਾਂ ਉਹ 'ਚ ਪੈਦਾ ਨਹੀਂ ਹੁੰਦਾ। ਤੀਰਥ ਵਰਤ ਔਰ ਦਾਨ ਕਰ ਮਨ ਮੇ ਧਰੇ ਗੁਮਾਨ, ਸਭ ਨੇਫਲ ਜਾਤ ਹੈ ਜੋ ਕੁੰਚਰ ਇਸ਼ਨਾਨ। ਜਿਵੇਂ ਹਾਥੀ ਨਹਾ ਕੇ ਚੰਦਨ ਨਾਲ ਵੀ ਨਵਾ ਦਿਓ। ਚੰਦਨ ਦਾ ਕੌਣ ਨਵਾਉਂਦਾ? ਇੱਕ ਪ੍ਰਮਾਣ ਦਿੱਤੇ ਹੋਏ ਨੇ ਆਪਾਂ ਨੂੰ ਸਮਝਣ ਖਾਤਰ। ਦਾਨ ਦੇ ਕੇ ਹੋਰ ਹੰਕਾਰ ਵੱਧ ਜਾਂਦਾ ਵਾ। ਹਾਥੀ ਵਾਂਗੂ ਇਹਦਾ ਜਿਹੜਾ ਹੈਗਾ ਹੰਕਾਰ ਵੱਧ ਜਾਂਦਾ, ਐਡਾ ਵੱਡਾ ਹੰਕਾਰ ਹੋ ਜਾਂਦਾ। ਕਿੰਨੇ ਪ੍ਰਮਾਣ ਦਿੱਤੇ ਸਤਿਗੁਰਾਂ ਨੇ ਸਾਨੂੰ। ਮਹਾਰਾਜ ਦੇ ਪ੍ਰਮਾਣ ਤਾਂ ਭਾਈ ਸਮਝਣ ਖਾਤਰ ਨੇ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਲੱਖ ਸੂਰਤਣ ਸੰਗਰਾਮ, ਰਣਮੇ ਛੁੱਟੇ ਪੁਰਾਣ। ਲੱਖਾਂ ਹੀ ਸੂਰਮੇ ਰਣਾਂ ਦੇ ਵਿੱਚ, ਕਿਉਂਕਿ ਪਿੱਛੇ ਪ੍ਰਚਲਿਤ ਸੀਗਾ ਮੱਤਾਂ ਦੇ ਵਿੱਚ ਵੀ ਉਹ ਸ਼ਹੀਦ ਹੋ ਜਾਂਦੇ ਨੇ, ਅਮਰ ਹੋ ਜਾਂਦੇ। ਬਾਣੀ ਵਿੱਚ ਇਹ ਪ੍ਰਵਾਨਗੀ ਨਹੀਂ। ਸਾਰੀ ਅਸੀਂ ਆਪ ਹੀ ਪ੍ਰਵਾਨ ਕਰੀ ਫਿਰਦੇ ਹਾਂ। ਕੀ ਪ੍ਰਵਾਨ ਹੈ? ਸੱਚ। ਝੂਠ ਜਦੋਂ ਖਤਮ ਹੋ ਜਾਂਦਾ। ਝੂਠ ਕੀ ਹੈ? ਸੰਸਾਰ, ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ। ਜਦੋਂ ਮਨ ਸੱਚ ਨਾਲ ਜੁੜ ਜਾਂਦਾ, ਸੱਚ ਬੋਲਦਾ, ਫਿਰ ਇਹਨੂੰ ਪ੍ਰਵਾਨਗੀ ਮਿਲਦੀ ਹੈ। ਸੱਚ ਕਿਵੇਂ ਮਿਲੇ ਇਹਨੂੰ? ਇਹ ਤਾਂ ਝੂਠ ਨਾਲ ਜੁੜਿਆ ਹੋਇਆ। ਹਉਮੈ ਇਹ ਜਾਤ ਹੈ ਸਰੀਰ ਕਿਵੇਂ ਲਾਵੇ, ਫਰੀਦਾ ਦਾਦਰ ਵੇਸੀ ਗਾਖੜੀ। ਚੱਲਾਂ ਦੁਨੀਆ ਪੱਤ ਬੰਨ ਉਠਾਈ ਪੋਟਲੀ, ਕਿੱਥੇ ਬੱਝਾਂ ਕੱਤ। ਦੱਸਦਾ ਕੋਈ ਬਾਬਾ ਫਰੀਦ ਜੀ ਸਮਝਾਉਂਦੇ ਨੇ ਵੀ ਕੋਈ ਦੱਸਦਾ ਮੁਕਤੀ ਬਾਰੇ ਭਾਈ? ਆ ਸਰੀਰ ਕਿਵੇਂ ਲਾਏਗਾ? ਆ ਜਿਹੜੀ ਜਾਤ ਸਰੀਰ ਚਿੰਬੜ ਗਈ, ਆਤਮਾ ਨੂੰ ਕਿੱਥੇ ਲਾਏਗਾ? ਇਹ ਕੰਮ ਤਾਂ ਸਾਰੇ ਸੰਸਾਰੀ ਅਸੀਂ ਕਰਦੇ ਹਾਂ। ਦਾਗੇ ਹੋਏ ਸੋ ਰਣਮੇ ਜੂਝੇ, ਬਿਨ ਦਾਗੇ ਭੱਜ ਜਾਏ। ਉਹ ਪ੍ਰਮਾਣ ਨੇ ਸੰਸਾਰੀ ਭਾਈ। ਭਗਤ ਕਬੀਰ ਜੀ ਵੀ ਸਮਝਾਉਂਦੇ ਆ, ਅਬ ਤੋ ਜਰੇ ਮਰੇ ਸਿੱਧ ਪਾਈਏ। ਕਿੰਨੇ ਉਪਦੇਸ਼ ਪਏ ਨੇ ਆਪਣੇ ਕੋਲ। ਲੱਖ ਸੂਰਤਨ ਸੰਗਰਾਮ, ਰਣਮੇ ਛੁੱਟੇ ਪ੍ਰਾਣ। ਲੱਖ ਸੁਰਤੀ ਲੱਖ ਗਿਆਨ ਧਿਆਨ, ਪੜ੍ਹੀਏ ਪਾਠ ਪੁਰਾਣ। ਵੇਦ ਦੀ ਗੱਲ ਕਿਤੇ ਨਹੀਂ ਹੈਗੀ, ਨਾਮ ਦੀ ਗੱਲ ਕਿਤੇ ਨਹੀਂ, ਮੁਕਤੀ ਦੀ ਗੱਲ ਕਿਤੇ ਨਹੀਂ। ਜਿੰਨੇ ਵੀ ਲੱਖਾਂ ਧਿਆਨ ਲਾਉਂਦੇ ਆ, ਕਿਹਦੇ ਨਾਲ ਧਿਆਨ ਲਾਉਣਾ? ਮਾਇਆ ਨਾਲ ਲੱਗਿਆ ਹੋਇਆ, ਮਾਇਆ ਨਾਲ ਧਿਆਨ ਲਾਈ ਜਾਂਦੇ, ਮਾਇਆ ਦੀਆਂ ਅਰਦਾਸਾਂ ਕਰੀ ਜਾਂਦੇ ਆ। ਇਹ ਤੋਂ ਤਾਂ ਮੁਕਤੀ ਲੈਣੀ ਸੀ ਭਾਈ। ਕਬੀਰ ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਜੋ ਇਸकी ਸੇਵਾ ਕਰੇ ਤਿਸ ਹੀ ਕੋ ਖਾਏ। ਸਾਡੀ ਮੱਤ ਨੂੰ ਖਾ ਜਾਂਦੀ ਹੈ ਇਹ ਜਿਹੜੀ ਕਲਪਨਾ ਮਾਇਆ ਹੈ, ਸਾਨੂੰ ਹੀ ਖਾ ਜਾਂਦੀ ਹੈ। ਲੱਖ ਸੁਰਤੀ ਲੱਖ ਗਿਆਨ, ਕਿੰਨੇ ਗਿਆਨ ਨੇ। ਧਿਆਨ ਲਾਉਂਦੇ ਨੇ, ਪੜ੍ਹੀਏ ਪਾਠ ਪੁਰਾਣ। ਪੁਰਾਣਾਂ ਦਾ
ਪੁਰਾਣ ਗ੍ਰੰਥਾਂ ਦਾ। ਉਹਦੇ ਵਿੱਚ ਕੀ ਹੈ? ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤੱਤੇ ਸਾਰ ਨਾ ਜਾਣੀ, ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਬਿਆਣੀ। ਗੁਰ ਕਿਰਪਾ ਤੇ ਸੇ ਜਨ ਜਾਗੇ ਬੋਲੇ ਅੰਮ੍ਰਿਤ ਬਾਣੀ। ਗੁਰ ਕਿਰਪਾ ਲੈਣੀ ਸੀ, ਗਿਆਨ ਲੈਣਾ ਸੀ, ਆਤਮਾ ਨੇ ਜਾਗਣਾ ਸੀ, ਸੁੱਤੇ ਹੀ ਮੁੜ ਜਾਂਦੇ ਹਾਂ ਅਸੀਂ। ਪਾਪ ਪੁੰਨ ਦੀ ਵਿਚਾਰ, ਅਸੀਂ ਪੁੰਨ ਕਰਕੇ ਪਾਪਾਂ ਦਾ ਬੈਲੈਂਸ ਬਰਾਬਰ ਕਰ ਲੈਂਦੇ। ਫਿਰ ਤਾਂ ਸਾਰਾ ਕੁਝ ਸਾਡੇ ਹੱਥ 'ਚ ਹੀ ਹੋਇਆ, ਕੁਦਰਤ ਤੋਂ ਕੀ ਲੈਣਾ? ਫਿਰ ਤਾਂ ਹੁਕਮ ਦੀ ਲੋੜ ਹੀ ਨਹੀਂ ਹੈਗੀ। ਉਹਦੇ ਵਿੱਚੋਂ ਕੀ ਫਾਇਦਾ ਹੋਇਆ? ਹੰਕਾਰ। ਫਿਰ ਤਾਂ ਤਾਂ ਬੰਦੇ ਨੂੰ ਰੱਬ ਮੰਨਣ ਲੱਗ ਗਏ ਆਪਾਂ। ਕਿੰਨਾ ਕੁ ਚਿਰ ਨਾਲ ਆਣੇ ਦੋਸਤੀ ਵਡਾਰੂ ਸਿਉ ਨੂੰ, ਕਿੰਨਾ ਕੁ ਚਿਰ ਇਸ ਸਰੀਰ ਨਾਲ ਕਿੰਨੇ ਕੁ ਚਿਰ ਜੁੜੇ ਰਹਾਂਗੇ? ਮਿਥਿਆ ਤਨ ਨਹੀਂ ਪਰਉਪਕਾਰਾ, ਮਿਥਿਆ ਵਾਸ ਲੇਤ ਬਕਾਰਾ। ਜਿਹੜਾ ਸਰੀਰ ਨਾਲ ਜੁੜ ਕੇ ਰਸ ਕਸ ਮਾਣਦੇ ਆ, ਬਕਾਰਾਂ ਨਾਲ ਜੁੜ ਕੇ ਕਿੰਨਾ ਕੁ ਚਿਰ? ਸਭ ਮਿਥਿਆ ਵਾ। ਕੁਛ ਟਾਈਮ ਲਈ ਆਪਾਂ ਨੂੰ ਇਹ ਕਿਰਪਾ ਹੋਈ ਹੈ ਦਾਤੇ ਦੀ, ਇਹ ਭਗਤੀ ਕਰਨੀ ਹੈ। ਆਸਾ ਕਰੀਏ ਰਾਮ ਕੀ ਅਵਰੇ ਆਸ ਨਿਰਾਸ। ਨਿਰਾਸ਼ ਨਹੀਂ ਹੋਣਾ, ਮਾਇਆ ਦੇ ਰਸਾਂ ਕਸਾਂ ਤੋਂ ਨਿਰਾਸ਼ ਹੋਣਾ। ਆਸ ਰੱਖਣੀ ਹੈ ਰਾਮ ਦੀ, ਆਪਦੇ ਮੂਲ ਦੀ। ਜਦੋਂ ਸੱਚ ਦਾ ਗਿਆਨ ਵੱਧਦਾ ਜਾਂਦਾ ਹੈ, ਫਿਰ ਮਨ ਬੁੱਧੀ ਸੂਝਵਾਨ ਹੋ ਜਾਂਦੇ ਆ। ਬੁੱਧੀ ਮਨ ਨੂੰ ਮਨਾ ਕੇ ਆਪਦੇ ਘਰ ਲੈ ਜਾਂਦੀ ਹੈ। ਪਿੱਛੇ ਆਪਾਂ ਪੜ੍ਹਿਆ ਵਾ, ਤਿਸ ਜੋ ਹਾਰੀ ਸੁਹਸਤ ਤਿਸ, ਤਿਸ ਦੀ ਬਾਣੇ ਪੱਗ। ਜਿਹੜੀ ਬੁੱਧ ਵਾਲੋ ਦੇ ਅੱਗੇ ਹਾਰ ਜਾਂਦੀ ਹੈ, ਸਿਲੰਡਰ ਕਰ ਦਿੰਦੇ ਹੈ। ਜਿਹੜੇ ਗੁਰਸਿੱਖ ਇਹ ਕਮਾਈ ਕਰਦੇ ਨੇ, ਤਿਸ ਜੋ ਹਾਰੀ, ਹੁਕਮ ਦੇ ਅੱਗੇ ਹੱਥ ਖੜੇ ਕਰ ਦਿੰਦੇ ਨੇ, ਹੁਕਮ ਚੱਲਣ ਲੱਗ ਜਾਂਦੇ ਨੇ। ਸੁਅਸਤ, ਉਹ ਅਸਤ ਭਾਵ ਉਹਨਾਂ ਦੀ ਮਨ ਬੁੱਧੀ ਆਪਦੇ ਮੂਲ 'ਚ ਲੈ ਹੋ ਜਾਂਦੀ ਹੈ। ਉਹਨਾਂ ਦੀ ਹੋਂਦ ਖਤਮ ਹੋ ਜਾਂਦੀ ਆ। ਜਿਹੜੇ ਅਸੀਂ ਬਾਹਰ ਪਾ ਕੇ ਆਉਂਦੇ, ਉਹ ਹਰਦੁਆਰ ਆਪੇ ਹੀ ਪਾਉਣੇ ਆ ਫੁੱਲ ਆਪਾਂ। ਇਹ ਮਨ ਬੁੱਧੀ ਇਹ ਫੁੱਲ ਨੇ, ਹਰਦੁਆਰ ਪੈਣੇ ਨੇ। ਕਬੀਰ ਮੋਹੇ ਮਰਨੇ ਕਾ ਚਾਓ ਹੈ, ਮਰੂ ਤੋ ਹਰ ਕੇ ਦੁਆਰ। ਕਿਹੜਾ ਮਰਨਾ ਹੈ? ਫਿਰ ਇੱਛਾ ਦਾ ਮਰਨਾ ਹੀ ਹੈ, ਹੋਰ ਕੋਈ ਮਰਨਾ ਨਹੀਂ ਹੈਗਾ। ਚੁੱਪ ਕਰ ਜਾਣਾ ਮਨ ਦਾ। ਜਦੋਂ ਮਨ ਚੁੱਪ ਕਰ ਜਾਂਦਾ ਸਰੀਰ ਦੇ ਵਿੱਚ ਵੀ, ਤਾਂ ਉਦੋਂ ਵੀ ਆਪਾਂ ਹੀ ਕਹਿੰਦੇ ਬੋਲਦਾ ਨਹੀਂ, ਮਰ ਗਿਆ। ਇਹ ਆਪਾਂ ਕੰਮ ਜਿਉਂਦੇ ਜਿਉਂਦੇ ਕਰਨਾ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ। ਜਿਉਂਦੇ ਜਿਉਂਦੇ ਸਰੀਰ 'ਚੋਂ ਮੁਕਤ ਹੋ ਕੇ ਆਪਦੇ ਘਰ ਪਹੁੰਚਣਾ ਵਾ, ਹਰਦੁਆਰ ਪਹੁੰਚਣਾ ਵਾ। ਮਰੇ ਦਾ ਕਿਸੇ ਨੂੰ ਚਾਹ ਹੁੰਦਾ? ਭਗਤ ਕਬੀਰ ਜੀ ਤਾਂ ਇਹ ਕਹਿੰਦੇ ਆ, ਕਬੀਰ ਮੋਹੇ ਮਰਨੇ ਕਾ ਚਾਓ ਹੈ, ਮਰੂ ਤੋਂ ਹਰ ਕੇ ਦੁਆਰ। ਕਿਵੇਂ ਪ੍ਰਾਪਤੀ ਹੋਵੇ? ਬਾਬਾ ਫਰੀਦ ਜੀ ਵੀ ਸਮਝਾਉਂਦੇ ਆ, ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਜਬ ਸਭ ਜਗ ਤੇਰਾ ਹੋਏ। ਬੁੱਧੀ ਮਨ ਨੂੰ ਸਮਝਾਉਂਦੀ ਹੈ, ਫਰੀਦ ਮੰਨਾ ਜੇ ਤੂੰ ਮੇਰਾ ਹੋ ਜਾਵੇਂ, ਤੂੰ ਸੰਸਾਰ ਨੂੰ ਨਹੀਂ ਛੱਡਦਾ, ਫਿਰ ਸਾਰਾ ਹੀ ਜੱਗ ਆਪਣਾ ਅੱਲਾ ਦਾ ਹੀ ਹੈ ਸਾਰਾ। ਆਪਾਂ ਅੱਲਾ ਨੂੰ ਕਿਵੇਂ ਅਪਣਾਵਾਂਗੇ? ਇਸ ਤਾਂ ਮਲੀਨ ਹੋ ਚੁੱਕੇ ਹਾਂ ਮਾਇਆ ਦੇ ਵਿੱਚ। ਮਨ ਧੋਵੋ ਗੁਰ ਸ਼ਬਦ ਲਾਗੋ, ਹਰਸਿਓ ਰਹੋ ਚਿੱਤ ਲਾਏ। ਫਿਰ ਇਹ ਪ੍ਰਾਪਤੀ ਹੋਣੀ ਆਪਾਂ ਨੂੰ। ਪਹਿਲਾ ਭਾਂਡਾ ਧੋਵੋ, ਫਿਰ ਦੁੱਧੇ ਕੋ ਜਾਓ। ਦੁੱਧ ਹੈ ਬਾਣੀ, ਸੱਚ ਦਾ ਗਿਆਨ ਕਿਵੇਂ ਮਿਲੂ? ਪਹਿਲਾਂ ਮਨ ਰੂਪੀ ਭਾਂਡਾ ਧੋਣਾ। ਅਨੇਕਾਂ ਉਪਦੇਸ਼ ਪਏ, ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ, ਧੋ ਲਓ ਭਾਈ ਭਾਂਡਾ। ਮਨ ਧੋਵੋ ਗੁਰ ਸ਼ਬਦ ਲਾਗੋ, ਹਰਸਿਓ ਰਹੋ ਚਿੱਤ ਲਾਏ। ਗੁਣ ਗਾਵਤ ਤੇਰੀ ਉਤਰੇ ਸੁਬੈਲ। ਇਹ ਗੁਣ ਹੈ ਬਾਣੀ ਭਾਈ, ਕਰਤੇ ਪੁਰਖ ਦੇ ਗੁਣ ਦਾ ਵਰਣਨ ਕਰਦੀ ਹੈ। ਇਹਨੂੰ ਵਿਚਾਰਦੇ ਸਾਡੇ ਮਨ ਦਾ ਹੰਕਾਰ, ਮੈਲ ਕੀ ਹੰਕਾਰ ਲੈ ਜਾਂਦਾ ਹੈ। ਚਿੰਤਾ ਚਲੀ ਜਾਂਦੀ, ਇਹਨੂੰ ਸਮਝ ਆ ਜਾਂਦੀ ਵੀ ਸਾਰਾ ਕੁਛ ਤਾਂ ਦੇਣ ਵਾਲਾ ਉਹ ਹੈ। ਜਿਹੜੇ ਅਸੀਂ ਗਿਆਨ ਧਿਆਨ ਲਾਉਂਦੇ ਰਹੇ, ਉਹ ਸਾਡੀ ਮੱਤ ਨਾਲ, ਉਹ ਜੋ ਕੀ ਮਿਲਿਆ? ਹੰਕਾਰ। ਅਨਕ ਤਪੱਸਿਆ ਕਰੇ ਹੰਕਾਰ। ਕਿ ਸਤਿਗੁਰ ਕੀ ਸਮਝਾਉਂਦੇ ਆ? ਪੜ੍ਹੀਏ ਪਾਠ ਪੁਰਾਣ। ਜਿਨ ਕਰਤੇ ਕਰਣਾ ਕੀਆ, ਲਿਖਿਆ ਆਵਣ ਜਾਣ। ਹੁਕਮ ਹੈ ਭਾਈ, ਜੰਮਣਾ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਪਰ ਅਸੀਂ ਤੀਰਥਾਂ 'ਤੇ ਜਾ ਕੇ ਔਲਾਦ ਖਾਤਰ, ਦੂਰ ਦੂਰ ਜਾ ਕੇ ਔਲਾਦ ਖਾਤਰ ਇੱਛਾ ਕਰਦੇ ਹਾਂ, ਸਾਡਾ ਔਲਾਦ ਬੱਚਾ ਇੱਥੋਂ ਹੋਇਆ, ਸਾਨੂੰ ਉੱਥੋਂ ਮਿਲਿਆ, ਇਹ ਬਾਬਾ ਨੇ ਕਿਰਪਾ ਕੀਤੀ। ਫਿਰ ਬਾਣੀ ਤਾਂ ਝੂਠੀ ਹੋ ਗਈ ਭਾਈ, ਬਾਣੀ ਸੱਚੀ ਹੈ। ਸਤਿਗੁਰ ਤਾਂ ਸਮਝਾਉਂਦੇ ਆ, ਜੰਮਣਾ ਮਰਨਾ ਹੁਕਮ। ਉਹਦੇ ਹੁਕਮ ਤੋਂ ਬਿਨਾਂ ਜੀਵ ਜਨਮ ਨਹੀਂ ਲੈਂਦਾ ਹੈਗਾ, ਹੁਕਮ ਤੋਂ ਬਿਨਾਂ ਜਾ ਨਹੀਂ ਸਕਦਾ ਹੈਗਾ। ਫਿਰ ਉੱਥੋਂ ਕੀ ਮਿਲਿਆ ਆਪਾਂ ਨੂੰ? ਹੰਕਾਰ ਹੀ ਮਿਲਿਆ। ਫਿਰ ਸਾਨੂੰ ਕੀ ਪਤਾ ਸਾਡੇ ਘਰ ਜਿਹੜਾ ਆਇਆ ਵਾ, ਜੋ ਕੁਦਰਤ ਨੇ ਭੇਜਿਆ, ਉਹ ਸਾਡੇ ਦੁਸ਼ਮਣ ਹੋਵੇ, ਸਾਨੂੰ ਦੁੱਖ ਦੇਣ ਆ ਰਿਹਾ ਕਿ ਸੁੱਖ ਦੇਣ ਆ ਰਿਹਾ, ਸਾਨੂੰ ਤਾਂ ਉਹ ਵੀ ਨਹੀਂ ਪਤਾ। ਅਸੀਂ ਅੰਨੇ ਹਾਂ ਬਿਲਕੁਲ, ਸਾਨੂੰ ਕੁਛ ਨਹੀਂ ਪਤਾ। ਸੰਸਾਰੀ ਗੱਲਾਂ ਅਸੀਂ ਮਾਰੀ ਜਾਂਦੇ ਹਾਂ।
ਸਾਨੂੰ ਕੀ ਪਤਾ ਕੌਣ ਆਇਆ ਸਾਡੇ ਘਰੇ, ਕੋਈ ਲੇਖਾ ਬਰਾਬਰ ਕਰਨ ਆਇਆ ਹੋਵੇ, ਕੋਈ ਦੁਸ਼ਮਣੀ ਆ ਜੇ ਸਾਡੇ ਘਰ, ਉਹ ਜਨਮ ਲੈ ਲੇ, ਸਾਨੂੰ ਕੀ ਪਤਾ। ਜਿਸਕੇ ਅੰਤਰ ਰਾਜ ਭਵਾਨ ਸੋ ਨਰਕ ਪਾਤੀ ਹੋ ਸਵਾਨ। ਖਬਰਾਂ ਕੌਣ ਆ ਗਿਆ ਫਿਰ। ਤੂੰ ਤੈ ਸਮਝਾਉਂਦੇ ਨੇ ਭਾਈ, ਜਿਹਦੇ ਅੰਦਰ ਹੰਕਾਰ ਸੀ ਉਹ ਕੀ ਬਣਿਆ ਫਿਰ ਰਾਜ ਦੇ ਹੰਕਾਰ ਵਾਲਾ। ਕੁੱਤਾ ਸੁਭਾਅ ਤਾਂ ਉਹਦਾ ਪਹਿਲਾਂ ਹੀ ਹੋ ਗਿਆ ਸੀ, ਫਿਰ ਕੁੱਤੇ ਦੀ ਜੂਨੀ ਨੂੰ ਚੱਲਿਆ ਗਿਆ। ਸਾਨੂੰ ਕੀ ਪਤਾ ਕੌਣ ਆ ਗਿਆ। ਇਸ ਕਰਕੇ ਗੁਰਸ਼ਬਦ ਨਾਲ ਜੁੜੀਏ ਆਪਾਂ, ਗੁਰਸ਼ਬਦ 'ਚੋਂ ਗਿਆਨ ਲਈਏ, ਸਾਨੂੰ ਸਾਰੀ ਖੇਲ ਸਮਝ ਆ ਜਾਵੇ। ਫਿਰ ਸਾਨੂੰ ਪਤਾ ਲੱਗੂਗਾ ਸਾਡਾ ਸੰਸਾਰ 'ਤੇ ਆਉਣ ਦਾ ਕੀ ਕਾਰਨ ਆ। ਕਿਸ ਕਾਰਨ ਤੁਮ ਜਗ ਆਏ ਭਾਈ। ਜਿਹੜੇ ਤੀਰਥਾਂ 'ਤੇ ਜਾ ਕੇ, ਧਰਮ ਸਥਾਨਾਂ 'ਤੇ ਜਾ ਕੇ ਅਸੀਂ ਕੀ ਬੀਜਦੇ ਹਾਂ ਭਾਈ। ਕੰਡੇ ਤਾਂ ਪਹਿਲਾਂ ਹੀ ਸਾਡੇ ਬਹੁਤ ਬੀਜੇ ਹੋਏ ਆ। ਇਹ ਰਾਵਣ ਦਾ ਬਾਗ ਹੈ ਮਨ ਦਾ, ਇੱਛਾ ਦਾ, ਇਹ ਪੱਟਣਾ ਵਾ, ਇਹ ਸਾਫ਼ ਕਰਨਾ ਵਾ। ਕਰਨਾ ਇਹਨੇ ਆਪ ਹੀ ਹੈ, ਦੂਆ ਨਹੀਂ ਕਰ ਸਕਦਾ। ਆਪਣ ਹੱਥੀਂ ਆਪਣਾ ਆਪ ਹੀ ਕਾ ਸਵਾਰੀ। ਜਦੋਂ ਉਹਨੂੰ ਗਿਆਨ ਹੋ ਜਾਂਦਾ ਫਿਰ ਇਹ ਸੂਝਵਾਨ ਹੋ ਜਾਂਦਾ, ਫਿਰ ਪਿੱਠ ਕਰ ਲੈਂਦਾ ਉੱਧਰ। ਜਦੋਂ ਚੁੱਪ ਕਰ ਜਾਂਦਾ ਇਹਦਾ ਮਰਨਾ ਉਹੀ ਹੈ, ਮਨ ਜੀਤੇ ਜਗ ਜੀਤ। ਫਿਰ ਬੁੱਧੀ ਆਪਦੇ ਮੂਲ ਹਰ 'ਚ ਲੈ ਹੋ ਜਾਂਦੀ। ਆਤਮਾ ਪ੍ਰਾਤਮਾ ਇੱਕੋ ਕਰੇ, ਅੰਤਰ ਕੀ ਦੁਵਿਧਾ ਅੰਤਰ ਮਰੇ। ਉਸ ਬਸਤਾ ਜਾ ਕੇ ਸਮਝ ਆਉਂਦਾ ਸਾਨੂੰ, ਜੰਮਣਾ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਉਹੀ ਸਤਿਗੁਰ ਸਮਝਾਉਂਦੇ ਨੇ ਭਾਈ। ਕੀ ਸਮਝਾਉਂਦੇ ਨੇ, ਜਿਨ ਕਰਤੇ ਕਰਨਾ ਕੀ ਹੈ, ਲਿਖਿਆ ਆਪਣ ਜਾਣ। ਸ੍ਰਿਸ਼ਟੀ ਪੈਦਾ ਕੀਤੀ ਹੈ ਉਹਨੇ, ਸ੍ਰਿਸ਼ਟੀ ਦਾ ਮਾਲਕ ਹੈ, ਉਹਦੇ ਹੁਕਮ ਨਾਲ ਜੀਵ ਆਉਂਦਾ, ਹੁਕਮ ਨਾਲ ਜਾਂਦਾ। ਅਸੀਂ ਤਾਂ ਸਮਝਣ ਆਏ ਸੀਗੇ, ਆਇਆ ਸੁਣਨ ਪੜ੍ਹਨ ਕੋ ਬਾਣੀ, ਪਰ ਸਮਝਾਉਣ ਲੱਗ ਗਏ। ਸੁਣਨ ਆਇਆ ਬੰਦਾ ਸਮਝਾਉਣ ਲੱਗ ਜਾਵੇ ਤਾਂ ਕੀ ਸੁਣੂਗਾ ਭਾਈ ਉਹ। ਕੋਈ ਸਾਨੂੰ ਸੁਨੇਹਾ ਦੇਣ ਆ ਜਾਵੇ ਸਾਡੇ ਦਰ 'ਤੇ, ਸੁਨੇਹਾ ਭੁੱਲ ਜਾਵੇ, ਸਾਨੂੰ ਸਮਝਾਉਣ ਲੱਗ ਜੇ, ਸੁਨੇਹਾ ਰਹਿ ਗਿਆ ਭਾਈ। ਇਵੇਂ ਅਸੀਂ ਭੁੱਲੇ ਹੋਏ ਹਾਂ, ਭੁੱਲਿਆਂ ਗੁਰਦੇ ਸਮਝਾਏ। ਹੁਣ ਸਮਝਣਾ ਵਾ, ਸਮਝਣਾ ਕੀ ਹੁੰਦਾ ਹੈ, ਜਪ। ਜਿਹੜੀ ਉਹ 'ਚ ਸੋਝੀ ਪੈਦਾ ਹੋ ਗਈ ਉਹ ਕੀ, ਸਿਮਰਨ। ਸਿਮਰਨ ਤੋਂ ਭਾਵ ਗਿਆਨ। ਗਿਆਨ ਹੋ ਗਿਆ ਫਿਰ ਕੀ ਹੋ ਗਿਆ, ਤਪ। ਫਿਰ ਮਨ ਨੂੰ ਘੋਰ ਕੇ ਰੱਖਿਆ, ਮਨ ਨੂੰ ਬਾਹਰ ਜਾਣੋਂ ਰੋਕਿਆ, ਇੱਛਾ ਤੋਂ ਰੋਕਿਆ, ਬੁਰਾਈਆਂ ਤੋਂ ਰੋਕਿਆ। ਫਿਰ ਕੀ ਹੈ, ਪੂਜਾ। ਫਿਰ ਖੇਲ ਸ਼ੁਰੂ ਹੁੰਦੀ ਹੈ ਭਾਈ। ਪ੍ਰਭ ਕੇ ਸਿਮਰਨ ਸਭ ਕੇ ਸੂਝੇ, ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁਝੀ। ਜਿਹੜੀ ਤ੍ਰਿਸ਼ਨਾ ਦੀ ਅੱਗ ਸਾਡੇ ਅੰਦਰ ਹੁੰਦੀ ਹੈ ਇੱਛਾ ਦੀ, ਫਿਰ ਬੁਝਦੀ ਹੈ ਉਹ ਸੋਝੀ ਨਾਲ। ਫਿਰ ਅਸੀਂ ਤ੍ਰਿਸ਼ਨਾ ਤੋਂ ਮੁਕਤ ਹੋ ਕੇ ਆਪਦੇ ਘਰ ਚਲੇ ਜਾਂਦੇ ਹਾਂ। ਜੇ ਅਸੀਂ ਉਵੇਂ ਕਰਦੇ ਹਾਂ, ਲੱਖ ਸੁਰਤੀ, ਲੱਖ ਗਿਆਨ ਧਿਆਨ ਪੜ੍ਹੀਏ, ਪਾਠ ਪੁਰਾਣ, ਉਹ ਪਾਪ ਪੁੰਨ ਵਾਲੀਆਂ ਵਿਧੀਆਂ, ਫਿਰ ਆਪਾਂ ਨੂੰ ਹਿਸਾਬ ਦੇਣਾ ਪਊਗਾ। ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਏ। ਕੀ ਲੈ ਕੇ ਆਏ ਹਾਂ ਇੱਥੇ, ਸਾਡੇ ਕੋਲ ਤਾਂ ਕੁਛ ਵੀ ਨਹੀਂ ਹੈਗਾ। ਚੀਜ਼ ਤਾਂ ਅਸੀਂ ਉਹੀ ਦੇਵਾਂਗੇ ਜਿਹੜੀ ਸਾਡੀ ਹੋਵੇ। ਸਾਡਾ ਤਾਂ ਇੱਥੇ ਕੁਛ ਨਹੀਂ ਹੈਗਾ, ਪਰ ਸਾਨੂੰ ਭਰਮ ਜ਼ਰੂਰ ਪੈ ਗਿਆ। ਦਾਨ ਉਹ ਚੀਜ਼ ਹੁੰਦੀ ਹੈ ਜਿਹੜੀ ਅਸੀਂ ਲੈ ਕੇ ਆਈ ਹੋਈ ਹੈ। ਨਿਗਾਹ ਮਾਰ ਕੇ ਦੇਖੋ ਵੀ ਕੀ ਲੈ ਕੇ ਆਏ ਹਾਂ। ਇਹ ਤਾਂ ਸਭ ਕੁਛ ਕੁਦਰਤ ਨੇ ਦਿੱਤਾ। ਪਿੱਛੇ ਵੀ ਆਪਾਂ ਪੜ੍ਹਿਆ, ਸਗਲੀ ਧਰਤੀ ਮਾਲ ਧਨ ਬਰਤਨ ਸਰਬ ਜੰਜਾਲ। ਇਹ ਬਰਤਨ ਨੂੰ ਦਿੱਤੀ ਆ ਉਹਨੇ। ਨਾਨਕ ਮੂਸੇ ਗਿਆਨ ਵਿਆਉਣੀ, ਖਾਏ ਗਿਆ ਜਮਕਾਲ। ਜਮ ਨਹੀਂ ਛੱਡਦੇ, ਫਿਰ ਇਹਦੇ ਵਿੱਚ ਹੀ ਫਸ ਜਾਂਦਾ ਆ ਕੇ। ਅੱਗੇ ਸਤਿਗੁਰ ਕੀ ਸਮਝਾਉਂਦੇ ਹੈ, ਜਿਨ ਕਰਤੇ ਕਰਣਾ ਕੀਆ, ਲਿਖਿਆ ਆਪਣ ਜਾਣ। ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ। ਕਰਮ ਕਿਰਪਾ ਲੈਣੀ ਆ ਭਾਈ, ਸੱਚ ਦੀ ਪ੍ਰਾਪਤੀ ਫਿਰ ਹੋਣੀ ਆ। ਨਿਸ਼ਾਨ ਫਿਰ ਉਹ ਸਾਨੂੰ ਨਾਲ ਸੁਣਨਾ ਵਾ, ਫਿਰ ਸਾਡਾ ਦੁਨੀਆਂ ਛੁਟਕਾਰਾ ਹੋਣਾ। ਉਹ ਸਾਡਾ ਤੀਆ ਪਦਾਰਥ ਹੈ। ਪਿੱਛੇ ਵੀ ਆਪਾਂ ਸ਼ਲੋਕ 'ਚ ਵੀ, ਪੌੜੀਆਂ 'ਚ ਵੀ, ਅਸ਼ਟਪਦੀਆਂ 'ਚ ਵੀ, ਕਿਤੇ ਵੀ ਜਿੱਥੇ ਮੌਕਾ ਮਿਲਦਾ ਵਿਚਾਰਦੇ ਰਹਿੰਦੇ ਵੀ ਆਪਣਾ ਟਾਰਗੇਟ ਕੀ ਆ ਬਾਣੀ ਦਾ। ਸਾਨੂੰ ਸੰਸਾਰ ਦੁੱਖ ਸਾਗਰ 'ਚੋਂ ਕੱਢ ਕੇ ਸੁੱਖ ਸਾਗਰ ਲੈ ਕੇ ਜਾਂਦੀ ਹੈ। ਸੁੱਖ ਸਾਗਰ ਅਸੀਂ ਤਾਂ ਜਾਵਾਂਗੇ ਜੇ ਗੁਣਾਂ ਦੇ ਧਾਰਨੀ ਹੋਵਾਂਗੇ, ਗੁਣਾਂ ਦੀ ਪ੍ਰਾਪਤੀ ਕਰਨੀ ਹੈ। ਭਗਤ ਅਸੀਂ ਜੋ ਬਣ ਜਾਂਦੇ ਹਾਂ ਤੀਰਥਾਂ 'ਤੇ ਜਾ ਕੇ ਜਾਂ ਹੋਰ ਕਿਤੇ ਵੀ ਸੁਣ ਸੁਣਾ ਕੇ, ਗੁਣ ਸਾਡੇ 'ਚ ਕੋਈ ਨਹੀਂ ਹੁੰਦਾ, ਭੈ ਤੋਂ ਅਸੀਂ ਮੁਕਤ ਨਹੀਂ ਹੁੰਦੇ। ਬਾਣੀ ਰੋਜ਼ ਪੜ੍ਹਦੇ ਹਾਂ, ਜਪਜੀ ਸਾਹਿਬ 'ਚ ਵੀ ਆਉਂਦਾ ਹੈ, ਬਿਨ ਗੁਣ ਕੀਤੇ ਭਗਤ ਨਾ ਹੋਏ। ਫਿਰ ਵੀ ਨਹੀਂ ਹਟਦੇ ਹੈਗੇ, ਆਪਦੀ ਮੱਤ ਨਾਲ ਬਾਣੀ ਨੂੰ ਅਰਥਾ ਰਹੇ। ਸਾਡੀ ਮੱਤ ਦਾ ਵਿਸ਼ਾ ਨਹੀਂ ਭਾਈ, ਉਹਦੀ ਕਿਰਪਾ ਰਹਿਮਤ ਲੈਣੀ ਹੈ। ਜਿੰਨੀਆਂ ਮੱਤਾਂ ਦੇਖ ਰਹੇ ਹਾਂ ਸੰਸਾਰੀ, ਪਿੱਛੇ ਆਪਾਂ ਦੋਨਾਂ ਸਲੋਕਾਂ 'ਚ ਵਿਚਾਰਿਆ। ਹੁਣ ਨੇਕੀਆਂ ਚੰਗੀਆਂ ਆਈਆਂ, ਲੱਖਾਂ ਪੁੰਨਾਂ ਪ੍ਰਵਾਨ, ਉਹ ਸਾਰੀ ਸਾਡੀ ਮੱਤਾਂ ਨਾਲ ਨੇ। ਦਰਗਾਹ 'ਚ ਕੀ ਪ੍ਰਵਾਨ, ਉਹ ਆਪਾਂ ਨੂੰ ਬਾਣੀ ਵਾਰ-ਵਾਰ ਸਮਝਾਉਂਦੀ ਹੈ। ਆਓ ਸਾਰੇ ਮਿਲ ਕੇ ਉਹਨੂੰ ਵਿਚਾਰੀਏ, ਸਮਝੀਏ, ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ। ਅਸੀਂ ਵੀ ਚਾਰ ਪਦਾਰਥਾਂ ਦੀ ਪ੍ਰਾਪਤੀ ਕਰੀਏ, ਗਿਆਨ ਪਦਾਰਥ, ਮੁਕਤ ਪਦਾਰਥ, ਨਾਮ ਪਦਾਰਥ, ਜਨਮ ਪਦਾਰਥ। ਇਹ ਚਾਰਾਂ ਦੀ ਪ੍ਰਾਪਤੀ ਹੋਣੀ ਹੈ ਭਾਈ ਆਪਣੀ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ, ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।